ਨੋਵਲ ਯਾਮਾਂ ਦਾ ਚੱਕਲਾ 10ਵੇਂ ਅੰਗ ਦਾ ਬਾਕੀ ਦਾ ਭਾਗ। ਦੇਖੋ, ਮੋੜ 'ਤੇ ਇੰਨੀ ਤੇਜ਼ ਨਾ ਦੌੜੋ, ਬੋਰਿਸ ਨੇ ਦੰਦ ਪੀਂਦਿਆਂ ਆਖਿਆ। ਮਾਫ਼ ਕਰਨਾ, ਮੈਂ ਲੋਕਾਂ ਦੀ ਤੁਲਨਾ ਨਹੀਂ ਕਰ ਰਿਹਾ। ਮੈਂ ਤਾਂ ਸਿਰਫ ਮਾਤ ਸਨੇਹ ਦਾ ਜ਼ਿਕਰ ਕਰ ਰਿਹਾ। ਅੰਨਾਂ ਦੀ ਮਿਸਾਲ ਨਾ ਦੇ ਕੇ ਮੈਂ ਕਿਸੇ ਪਸ਼ੂ ਪੰਛੀ ਦੀ ਮਾਂ ਦੀ ਉਦਾਹਰਨ ਦੇ ਸਕਦਾ, ਪਰ ਸੱਚਮੁੱਚ ਮੈਂ ਬਹੁਤ ਟੇਢੀਆਂ ਅਤੇ ਰੁੱਖੀਆਂ ਗੱਲਾਂ 'ਚ ਪੈ ਗਿਆ। ਛੱਡੋ ਇਹਨਾਂ ਗੱਲਾਂ ਨੂੰ। ਨਹੀਂ, ਆਪਣੀ ਗੱਲ ਪੂਰੀ ਕਰੋ। ਲਿਖੋਨਿਨ ਨੇ ਕਿਹਾ, ਤੁਸੀਂ ਬਹੁਤ ਅਸਾਧਾਰਨ ਗੱਲ ਆਖ ਰਹੇ ਹੋ। ਨਹੀਂ, ਬਹੁਤ ਸਧਾਰਨ ਗੱਲ ਸੀ। ਇੱਕ ਦਿਨ ਇੱਕ ਪ੍ਰੋਫੈਸਰ ਨੇ ਮੈਨੂੰ ਪੁੱਛਿਆ ਕਿ ਕੀ ਤੁਸੀਂ ਕੁਝ ਲਿਖਣ ਦੇ ਮੰਤਵ ਨਾਲ ਇੱਥੋਂ ਦੀ ਜ਼ਿੰਦਗੀ ਦੇਖਣ ਸਮਝਣ ਆਉਂਦੇ ਹੋ। ਮੇਰੇ ਮਨ 'ਚ ਆਇਆ ਕਿ ਕਹਿ ਦੇਵਾਂ, ਦੇਖਦਾ ਤਾਂ ਜ਼ਰੂਰ ਹਾਂ, ਪਰ ਸਮਝ ਠੀਕ ਕੁਝ ਨਹੀਂ ਆਉਂਦਾ। ਮੈਂ ਹੁਣ ਤੁਹਾਨੂੰ ਸਿਮੀਅਨ ਅਤੇ ਫੱਫੇ ਕੁੱਟਣੀ ਦੀਆਂ 2 ਮਿਸਾਲਾਂ ਦਿੱਤੀਆਂ ਨੇ। ਪਤਾ ਨਹੀਂ ਕਿਉਂ ਮੈਨੂੰ ਇਹਨਾਂ ਦੇ ਲੋਕਾਂ ਦੇ ਜੀਵਨ 'ਚ ਸਾਡੇ ਸਾਰਿਆਂ ਦੇ ਜੀਵਨ ਦੀ ਜੜਤਾ ਦਾ ਇੱਕ ਬਹੁਤ ਵੱਡਾ ਅੰਸ਼ ਛੁਪਿਆ ਹੋਇਆ ਲੱਗਦਾ ਹੈ, ਪਰ ਮੈਂ ਉਹਨੂੰ ਕਿਸੇ ਨੂੰ ਸਮਝਾ ਜਾਂ ਦੱਸ ਨਹੀਂ ਸਕਦਾ। ਇਸ ਕੰਮ ਲਈ ਬੜੀ ਯੋਗਤਾ ਦੀ ਲੋੜ ਹੁੰਦੀ ਹੈ। ਛੋਟੀਆਂ ਘਟਨਾਵਾਂ ਅਤੇ ਸਧਾਰਨ ਗੱਲਾਂ ਨਾਲ ਭਿਆਨਕ ਸੱਚ ਦੇ ਅਜਿਹੇ ਸ਼ਬਦ ਚਿੱਤਰ ਤਿਆਰ ਕਰਨ ਲਈ ਜਿਨ੍ਹਾਂ ਨੂੰ ਪੜ੍ਹ ਕੇ ਲੋਕ ਹੈਰਾਨ ਰਹਿ ਜਾਣ, ਬੜੀ ਯੋਗਤਾ ਦੀ ਲੋੜ ਹੁੰਦੀ ਹੈ। ਲੋਕ ਭਿਆਨਕ ਘਟਨਾਵਾਂ ਦੇ ਬਿਰਤਾਂਤ ਪੜ੍ਹਨਾ ਚਾਹੁੰਦੇ ਨੇ, ਇਸ ਲਈ ਕਤਲੇਆਮਾਂ ਦੇ, ਜੇਲ੍ਹਾਂ 'ਚ ਕੁੱਟਮਾਰ ਦੇ ਅਤੇ ਵਿਦਰੋਹ ਦੇ ਅਜਿਹੇ ਬਿਰਤਾਂਤ ਸਾਨੂੰ ਪੜ੍ਹਨ ਨੂੰ ਮਿਲਦੇ ਹੈ, ਜਿਨ੍ਹਾਂ 'ਚ ਸੈਨਿਕਾਂ, ਪੁਲਿਸ ਵਾਲਿਆਂ ਨੂੰ ਜੋ ਅੱਤਵਾਦ ਅਤੇ ਜਾਇਦਾਦ ਅਤੇ ਮਲਕੀਅਤ ਨੂੰ ਕਾਇਮ ਰੱਖਣ ਦੇ ਹਥਿਆਰ ਮੰਨੇ ਜਾਂਦੇ ਹੈ, ਪਰਜਾ ਦੇ ਖੂਨ ਨਾਲ ਲੱਥਪੱਥ ਚਿੱਤਰਤ ਕੀਤਾ ਜਾਂਦਾ ਹੈ। ਠੀਕ ਵੀ ਹੈ, ਅਤੇ ਅਜਿਹੀਆਂ ਹਾਲਤਾਂ ਦੇ ਚਿੱਤਰ ਹੋ ਵੀ ਕੀ ਸਕਦੇ ਨੇ। ਅਜਿਹੇ ਚਿੱਤਰ ਸਾਡੇ ਮਨ 'ਚ ਦੁੱਖ, ਚਿੰਤਾ, ਘਿਰਨਾ ਪੈਦਾ ਕਰਦੇ ਹੈ, ਪਰ ਇਹ ਚਿੰਤਾ, ਦੁੱਖ ਅਤੇ ਘਿਰਨਾ ਸਾਡੇ ਦਿਮਾਗਾਂ 'ਚ ਹੀ ਹੁੰਦੀ ਹੈ। ਅਜਿਹੇ ਚਿੱਤਰ ਸਾਡੇ ਦਿਲਾਂ ਨੂੰ ਨਹੀਂ ਛੂਹੰਦੇ। ਪਰ ਮੈਂ ਇੱਕ ਸੜਕ 'ਤੇ ਜਾ ਰਿਹਾ, ਇੱਕ ਥਾਂ ਕੁਝ ਭੀੜ ਇਕੱਠੀ ਹੋਈ ਦੇਖਦਾ। ਕੋਲ ਜਾ ਕੇ ਦੇਖਦਾ, ਭੀੜ 'ਚ ਇੱਕ 4-5 ਸਾਲ ਦੀ ਬੱਚੀ ਬੈਠੀ ਰੋ ਰਹੀ ਹੈ, ਜਿਹਨੂੰ ਉਹਦੇ ਮਾਪੇ ਜਾਂ ਤਾਂ ਜਾਣਬੁੱਝ ਕੇ ਛੱਡ ਗਏ ਅਤੇ ਜਾਂ ਫਿਰ ਉਹਨਾਂ ਕੋਲੋਂ ਵਿਛੜ ਗਈ ਹੈ। ਬੱਚੀ ਸਾਹਮਣੇ ਪੁਲਿਸ ਦਾ ਇੱਕ ਸਿਪਾਹੀ ਪੁਚਕਾਰ ਕੇ ਪੁੱਛ ਰਿਹਾ ਹੈ, ਬੇਬੀ ਤੇਰਾ ਨਾਂ ਕੀ ਹੈ? ਤੂੰ ਕਿੱਥੇ ਰਹਿੰਦੀ ਹੈ? ਬਾਬਾ ਨੂੰ ਕਿਉਂ ਬੁਲਾਉਂਦੀ ਹੈ? ਅੰਮਾ ਨੂੰ ਕਿਉਂ ਬੁਲਾਉਂਦੀ ਹੈ? ਸਿਪਾਹੀ ਵਿਚਾਰਾ ਪੁੱਛਦਿਆਂ ਥੱਕ ਕੇ ਮੁੜਕੇ ਨਾਲ ਗੱਚ ਹੋ ਗਿਆ। ਉਹਦਾ ਟੋਪ ਉਲਟ ਕੇ ਗਰਦਨ 'ਚ ਲਟਕਣ ਲੱਗ ਗਿਆ। ਉਹਦੀ ਆਵਾਜ਼ ਮਿੱਠੀ, ਸਨੇਹ ਭਰੀ ਅਤੇ ਨਰਮ ਹੈ, ਪਰ ਕੁੜੀ ਫਿਰ ਵੀ ਰੋ ਕੇ ਆਪਣਾ ਗਲਾ ਪਾੜ ਰਹੀ ਹੈ। ਉਹਦੇ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੰਦੀ। ਸ਼ਾਇਦ ਉਹ ਭੀੜ ਅਤੇ ਸਿਪਾਹੀ ਨੂੰ ਵੇਖ ਕੇ ਬਹੁਤ ਡਰ ਗਈ ਹੈ, ਇਸ ਲਈ ਵਿਚਾਰਾ ਪੁਲਿਸ ਦਾ ਸਿਪਾਹੀ ਲਾਚਾਰ ਹੋ ਕੇ, ਆਪਣੀ ਸ਼ਾਨੋ ਸ਼ੌਕਤ ਭੁੱਲ ਕੇ ਕੁੜੀ ਨੂੰ ਹਸਾ ਕੇ ਸਹਿਜ ਕਰਨ ਲਈ ਬੱਕਰੇ ਦੀ ਆਵਾਜ਼ ਦੀ ਨਕਲ ਕਰਨ ਲੱਗਦਾ। ਉਹ ਆਪਣਾ ਮੂੰਹ 'ਤੇ ਹੱਥ ਰੱਖ ਕੇ ਬੱਕਰੇ ਦੀ ਬੋਲੀ ਬੋਲਣ ਦੀ ਕੋਸ਼ਿਸ਼ ਕਰਦਾ ਹੈ। ਉਸ ਕੁੜੀ ਨੂੰ ਬਾਲਾਂ ਦਾ ਇੱਕ ਗੀਤ ਗਾ ਕੇ ਸੁਣਾਉਂਦਾ ਹੈ। ਮੈਂ ਇਹ ਸੁੰਦਰ ਦ੍ਰਿਸ਼ ਵੇਖਦਾ, ਪਰ ਫਿਰ ਜਦ ਮੈਂ ਸੋਚਣ ਲੱਗਦਾ ਕਿ ਇਹੋ ਦਿਆਲੂ ਦਿਸਣ ਵਾਲਾ ਸਿਪਾਹੀ ਸ਼ਾਇਦ ਅੱਧੇ ਘੰਟੇ ਬਾਅਦ ਥਾਣੇ 'ਚ ਕਿਸੇ ਅਜਿਹੇ ਆਦਮੀ ਨੂੰ, ਜਿਹਨੂੰ ਉਹਨੇ ਪਹਿਲਾਂ ਕਦੇ ਦੇਖਿਆ ਹੀ ਨਹੀਂ ਹੋਏਗਾ, ਜਿਹਦੇ ਗੁਨਾਹ ਤੋਂ ਉਹ ਬਿਲਕੁਲ ਅਣਜਾਣ ਹੋਏਗਾ, ਮੂੰਹ 'ਤੇ ਛਾਤੀ 'ਤੇ ਚੜ੍ਹ ਕੇ ਠੁੱਡੇ ਮਾਰ ਕੇ ਜੁਰਮ ਇਕਬਾਲ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹੋਏਗਾ। ਮੇਰਾ ਦਿਲ ਦੁੱਖ ਨਾਲ ਬੈਠਣ ਲੱਗਦਾ ਹੈ। ਮਨੁੱਖੀ ਜੀਵਨ ਵਿਰੋਧਾਭਾਸਾਂ ਦਾ ਇੱਕ ਵਿਚਿੱਤਰ ਮਿਸ਼ਰਣ ਹੈ। ਆਓ ਥੋੜ੍ਹੀ ਕੋਨਿਆਕ ਹੋਰ ਪੀਏ। ਆਪਾਂ ਜੇ ਇੱਕ ਦੂਜੇ ਨੂੰ ਤੁਸੀਂ ਨਾ ਕਹਿ ਕੇ ਤੂੰ ਕਹੀਏ ਤਾਂ ਠੀਕ ਰਹੂਗਾ। ਲਿਖੋਨਿਨ ਨੇ ਅਚਾਨਕ ਪ੍ਰਸਤਾਵ ਰੱਖ ਦਿੱਤਾ। ਬਹੁਤ ਅੱਛਾ, ਪਰ ਇੱਥੋਂ ਤੱਕ ਹੀ ਰਹੇ ਤਾਂ ਠੀਕ ਹੈ, ਕਿਤੇ ਆਪਾਂ ਕੁਝ ਦੇਰ ਬਾਅਦ ਇੱਕ ਦੂਜੇ ਦਾ ਮੂੰਹ ਨਾ ਚੁੰਮਣ ਲੱਗ ਜਾਈਏ। ਲਓ ਪੀਓ, ਇੱਕ ਗਲਾਸ ਮੇਰੇ ਕਹਿਣ 'ਤੇ ਹੋਰ ਪੀਓ। ਬਸ ਇੱਕੋ ਹੀ, ਮੈਂ ਵੀ ਪੀਣਾ। ਇੱਕ ਹੋਰ, ਇਹ ਲਓ। ਇੱਕ ਫਰਾਂਸੀਸੀ ਨਾਵਲ 'ਚ ਮੈਂ ਇੱਕ ਅਜਿਹੇ ਆਦਮੀ ਦੇ ਵਿਚਾਰਾਂ ਅਤੇ ਭਾਵਾਂ ਦਾ ਵਰਣਨ ਪੜ੍ਹਦਾ, ਜਿਹਨੂੰ ਫਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਜਾ ਚੁੱਕਾ ਹੈ। ਲੇਖਕ ਉਹਦਾ ਵਰਣਨ ਬਹੁਤ ਸੁੰਦਰ ਅਤੇ ਜ਼ੋਰਦਾਰ ਭਾਸ਼ਾ 'ਚ ਕਰਦਾ ਹੈ। ਫਿਰ ਵੀ ਉਹਦੇ ਬਿਰਤਾਂਤ ਨੂੰ ਪੜ੍ਹ ਕੇ ਨਾ ਤਾਂ ਮੇਰੇ ਮਨ 'ਚ ਕੋਈ ਭਾਵ ਹੀ ਉੱਠਦਾ ਹੈ, ਨਾ ਹੀ ਕੋਈ ਘਿਰਨਾ ਉਤਪੰਨ ਹੁੰਦੀ ਹੈ, ਸਿਰਫ ਜੀਅ ਘਬਰਾਉਣ ਲੱਗਦਾ ਹੈ। ਕੁਝ ਦਿਨ ਹੋਏ ਮੈਂ ਇੱਕ ਅਖਬਾਰ 'ਚ ਇੱਕ ਆਦਮੀ ਨੂੰ ਕਿਤੇ ਸ਼ਾਇਦ ਫਰਾਂਸ 'ਚ ਹੀ ਫਾਂਸੀ ਦੇਣ ਦਾ ਵਰਣਨ ਪੜ੍ਹਿਆ ਸੀ। ਜੇਲ੍ਹ ਦੇ ਸਿਪਾਹੀ ਉਹਨੂੰ ਫਾਂਸੀ ਚੜ੍ਹਾਉਣ ਲਈ ਲੈਣ ਗਏ। ਉਹ ਉਹਨਾਂ ਨਾਲ ਚੱਲਣ ਲਈ ਬਗੈਰ ਜੁਰਾਬਾਂ ਦੇ ਜੁੱਤੇ ਪਹਿਨਣ ਲੱਗਾ। ਕਮ-ਅਕਲ ਸਿਪਾਹੀ ਨੇ ਉਹਨੂੰ ਟੋਕਿਆ, ਓਏ, ਜੁਰਾਬ ਪਾਏ ਬਗੈਰ ਤੂੰ ਜੁੱਤੇ ਪਹਿਨ ਰਿਹਾ? ਜੁਰਾਬ ਨਹੀਂ ਪਹਿਨਣੀ? ਅਪਰਾਧੀ ਨੇ ਧਿਆਨ ਨਾਲ ਉਸ ਵੱਲ ਦੇਖ ਕੇ ਪੁੱਛਿਆ। ਜੁਰਾਬਾਂ ਪਹਿਨਣ ਦੀ ਵੀ ਕੀ ਲੋੜ ਹੈ? ਉਹਦੇ ਇਸ ਪ੍ਰਸ਼ਨ ਨੇ ਮੇਰਾ ਦਿਲ ਚੀਰ ਦਿੱਤਾ। ਅਸੁਭਾਵਕ ਮ੍ਰਿਤੂ ਦੀ ਸਾਰੀ ਭਿਆਨਕਤਾ ਇੱਕਦਮ ਮੇਰੇ ਸਾਹਮਣੇ ਆ ਗਈ। ਇਸੇ ਤਰ੍ਹਾਂ ਮੌਤ ਦੀ ਇੱਕ ਹੋਰ ਮਿਸਾਲ ਵੀ ਮੈਨੂੰ ਯਾਦ ਹੈ। ਇੱਕ ਵਾਰ ਮੇਰੇ ਇੱਕ ਮਿੱਤਰ ਦੀ ਮ੍ਰਿਤੂ ਹੋ ਗਈ। ਉਹ ਫੌਜ 'ਚ ਕਪਤਾਨ ਸੀ। ਉਹ ਸੀ ਤਾਂ ਸ਼ਰਾਬੀ ਅਤੇ ਅਵਾਰਾ, ਪਰ ਉਹਦੀ ਆਤਮਾ ਬਹੁਤ ਮਹਾਨ ਸੀ। ਪਤਾ ਨਹੀਂ ਕਿਵੇਂ ਅਸੀਂ ਉਹਨੂੰ ਬਿਜਲੀ ਕਪਤਾਨ ਕਹਿ ਕੇ ਬੁਲਾਉਣ ਲੱਗੇ ਸੀ। ਜਦੋਂ ਮਰਿਆ ਮੈਂ ਉਹਦੇ ਨੇੜੇ ਸੀ, ਇਸ ਲਈ ਮੈਨੂੰ ਹੀ ਉਹਨੂੰ ਕੱਪੜੇ ਆਦਿ ਪਹਿਨਾ ਕੇ ਉਹਦੀ ਅੰਤਿਮ ਯਾਤਰਾ ਲਈ ਸਜਾਉਣਾ ਪਿਆ। ਮੈਂ ਉਹਨੂੰ ਉਹਦੀ ਫੌਜੀ ਵਰਦੀ ਪਹਿਨਾ ਕੇ ਫੌਜੀ ਤਮਗਿਆਂ ਦੀਆਂ ਡੋਰੀਆਂ ਉਹਦੇ ਮੋਢਿਆਂ 'ਤੇ ਬੰਨ੍ਹਣ ਲੱਗਾ ਸਾਂ।
ਇਹ ਡੋਰੀਆਂ ਇੱਕ ਖਾਸ ਤਰ੍ਹਾਂ ਦੇ ਫੰਦੇ ਬਣਾ ਕੇ ਬੰਨੀਆਂ ਜਾਂਦੀਆਂ ਜੋ ਮੈਂ ਬਾਰ-ਬਾਰ ਯਤਨ ਕਰਕੇ ਵੀ ਨਹੀਂ ਬਣਾ ਸਕਿਆ। ਇਸ ਲਈ ਮੈਂ ਸੋਚਣ ਲੱਗਾ ਇਸ ਤਰ੍ਹਾਂ ਦੇ ਖਾਸ ਫੰਦੇ ਬਣਾਉਣ ਦੀ ਕੀ ਲੋੜ ਹੈ। ਇਹ ਡੋਰੀਆਂ ਹੁਣ ਕਿਸੇ ਨੇ ਮੁੜ ਖੋਲ੍ਹਣੀਆਂ ਤਾਂ ਹੈ ਨਹੀਂ। ਸਧਾਰਨ ਗੰਢ ਹੀ ਕਿਉਂ ਨਾ ਮਾਰ ਦੇਵਾਂ ਜੋ ਮਜ਼ਬੂਤ ਰਹੇਗੀ। ਇਹ ਵਿਚਾਰ ਆਉਂਦਿਆਂ ਮੇਰੇ ਸਾਹਮਣੇ ਅਚਾਨਕ ਮ੍ਰਿਤੂ ਦੀ ਸੱਚੀ ਤਸਵੀਰ ਆ ਗਈ, ਜੋ ਆਪਣੇ ਮਿੱਤਰ ਦੀਆਂ ਨਿਸਤੇਜ ਅੱਖਾਂ ਅਤੇ ਠੰਡੇ ਮੱਥੇ ਨੂੰ ਦੇਖ ਕੇ ਅਜੇ ਤੱਕ ਮੇਰੇ ਸਾਹਮਣੇ ਨਹੀਂ ਆ ਸਕੀ ਸੀ। ਡੋਰੀਆਂ ਦਾ ਬਾਕਾਇਦਾ ਫੰਦਾ ਬਣਾਉਣ ਦੀ ਬਜਾਏ ਸਧਾਰਨ ਗੰਢ ਮਾਰ ਦੇਣ ਦਾ ਵਿਚਾਰ ਆਉਂਦਿਆਂ ਹੀ ਮੈਂ ਮ੍ਰਿਤੂ ਦੀ ਵਾਸਤਵਿਕਤਾ ਨਾਲ ਇੱਕਦਮ ਵਿੰਨਿਆ ਗਿਆ ਸੀ। ਅੰਤ ਵਿੱਚ ਇੱਕ ਦਿਨ ਨਿਸ਼ਚੇ ਹੀ ਮ੍ਰਿਤੂ ਦੁਆਰਾ ਸਾਡੇ ਸਾਰੇ ਸ਼ਬਦਾਂ, ਕੰਮਾਂ, ਭਾਵਾਂ ਦੇ ਨਸ਼ਟ ਹੋ ਜਾਣ ਦੇ ਵਿਚਾਰ ਦੇ ਬੋਝ ਨਾਲ ਮੇਰਾ ਦਿਮਾਗ ਭਾਰੀ ਹੋ ਗਿਆ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਛੋਟੀਆਂ-ਛੋਟੀਆਂ ਗੱਲਾਂ ਮੈਂ ਦੱਸ ਸਕਦਾ, ਜਿਵੇਂ ਕਿ ਯੁੱਧ 'ਚ ਭਾਗ ਲੈਣ ਵਾਲਿਆਂ ਦੇ ਮਨ 'ਚ ਕੀ ਬੀਤਦੀ ਹੈ ਆਦਿ, ਪਰ ਮੈਂ ਆਪਣੇ ਸਾਰੇ ਵਿਚਾਰ ਇੱਕ ਹੀ ਚੀਜ਼ 'ਤੇ ਲਗਾਉਣਾ ਚਾਹੁੰਦਾ। ਅਸੀਂ ਲੋਕ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਜਿਹੀਆਂ ਘਟਨਾਵਾਂ ਨੂੰ ਦੇਖਦੇ ਹੋਏ ਅੰਨ੍ਹਿਆਂ ਵਾਂਗ ਉਹਨਾਂ ਕੋਲੋਂ ਦੀ ਗੁਜ਼ਰ ਜਾਂਦੇ ਹਾਂ, ਪਰ ਇੱਕ ਕਲਾਕਾਰ ਅਜਿਹੀਆਂ ਛੋਟੀਆਂ-ਛੋਟੀਆਂ ਘਟਨਾਵਾਂ ਤੋਂ ਅਜਿਹੇ ਚਿੱਤਰ ਬਣਾ ਕੇ ਸਾਡੇ ਸਾਹਮਣੇ ਰੱਖ ਦਿੰਦਾ ਹੈ ਕਿ ਅਸੀਂ ਹੈਰਾਨੀ ਨਾਲ ਕਹਿ ਦਿੰਦੇ ਹਾਂ, ਓਏ ਇਹਨਾਂ ਚੀਜ਼ਾਂ ਨੂੰ ਤਾਂ ਅਸੀਂ ਰੋਜ਼ ਦੇਖਦੇ ਸੀ। ਪਰ ਇਹ ਗੱਲ ਤਾਂ ਕਦੀ ਸਾਡੇ ਧਿਆਨ 'ਚ ਹੀ ਨਹੀਂ ਆਈ। ਇਸ ਸਮੱਸਿਆ ਦੇ ਇਸ ਪੱਖ ਬਾਰੇ ਤਾਂ ਅਸੀਂ ਕਦੀ ਸੋਚਿਆ ਹੀ ਨਹੀਂ। ਰੂਸੀ ਲੇਖਕਾਂ ਨੇ, ਜੋ ਦੁਨੀਆ ਦੇ ਸਰਵਸ਼੍ਰੇਸ਼ਠ ਤੇ ਸਭ ਤੋਂ ਸੱਚੇ ਕਲਾਕਾਰ ਮੰਨੇ ਜਾਂਦੇ ਹੈ, ਵੇਸਵਾਗਿਰੀ ਦੇ ਅਸਲੀਅਤ ਦੇ ਚਿੱਤਰ ਅਜੇ ਤੱਕ ਸਾਡੇ ਸਾਹਮਣੇ ਨਹੀਂ ਰੱਖੇ। ਪਤਾ ਨਹੀਂ ਕਿਉਂ ਉਹਨਾਂ ਨੇ ਅਜਿਹੀ ਭਿਅੰਕਰ ਸਮਾਜਿਕ ਬੁਰਾਈ ਨੂੰ ਅੱਜ ਤੱਕ ਨਹੀਂ ਛੋਇਆ। ਇਹਦਾ ਜ਼ਿਕਰ ਕਰਦਿਆਂ ਉਹਨਾਂ ਦੀ ਆਤਮਾ ਨੂੰ ਦੁੱਖ ਹੁੰਦਾ ਸੀ, ਜਾਂ ਉਹ ਆਪਣੇ ਆਪ ਨੂੰ ਇੰਨਾ ਵੱਡਾ ਸਮਝਦੇ ਕਿ ਅਜਿਹੀਆਂ ਛੋਟੀਆਂ ਚੀਜ਼ਾਂ 'ਤੇ ਆਪਣੀ ਕਲਮ ਚਲਾਉਣੀ ਪਸੰਦ ਨਹੀਂ ਕਰਦੇ, ਜਾਂ ਇਸ ਡਰ ਨਾਲ ਕਿ ਕਿਤੇ ਲੋਕ ਉਹਨਾਂ ਨੂੰ ਦਮੜੀ ਮਾਰ ਸਾਹਿਤ ਦੇ ਲੇਖਕ ਨਾ ਕਹਿਣ ਲੱਗ ਜਾਣ, ਜਾਂ ਇਸ ਖਿਆਲ ਨਾਲ ਕਿ ਕਿਤੇ ਲੋਕ ਇਹ ਸਮਝ ਕੇ ਕਿ ਜਿਹੜੀਆਂ ਘਟਨਾਵਾਂ ਦਾ ਲੇਖਕ ਨੇ ਜ਼ਿਕਰ ਕੀਤਾ ਉਹ ਇਸੇ ਦੇ ਜੀਵਨ 'ਚ ਵਾਪਰੀਆਂ ਹੋਣਗੀਆਂ, ਉਹਦੇ ਨਿੱਜੀ ਜੀਵਨ ਦੀਆਂ ਛਾਣਬੀਣ 'ਚ ਨਾ ਲੱਗ ਜਾਣ। ਰੂਸੀ ਲੇਖਕਾਂ ਨੇ ਇਸ ਵਿਸ਼ੇ 'ਤੇ ਲਿਖਿਆ ਤਾਂ ਹੈ, ਰਾਮਸੇਸ ਨੇ ਕਹਿ ਦਿੱਤਾ। ਹਾਂ, ਲਿਖਿਆ ਹੈ। ਪਲੇਤੋਨੋਵ ਨੇ ਵੀ ਉਸੇ ਸੁਰ 'ਚ ਜਵਾਬ ਦਿੰਦਿਆਂ ਕਿਹਾ, ਪਰ ਹੁਣ ਤੱਕ ਜੋ ਕੁਝ ਲਿਖਿਆ ਗਿਆ ਉਹ ਜਾਂ ਤਾਂ ਸੱਚਾ ਨਹੀਂ, ਜਾਂ ਬੱਚਿਆਂ ਲਈ ਨਾਟਕਾਂ ਦੇ ਢੰਗ ਅਨੁਸਾਰ ਲਿਖਿਆ ਗਿਆ, ਜਾਂ ਇਸ ਤਰ੍ਹਾਂ ਦੀਆਂ ਉਪਮਾਵਾਂ ਸੂਤਰਾਂ ਨਾਲ ਭਰਿਆ ਹੋਇਆ ਹੈ ਕਿ ਉਹਨੂੰ ਕੇਵਲ ਭਾਵੀ ਰਿਖੀ ਮੁਨੀ ਹੀ ਸਮਝ ਸਕਦੇ ਹੈ। ਕਿਸੇ ਨੇ ਹਾਲੇ ਤੱਕ ਇਸ ਸੰਬੰਧ 'ਚ ਜਿਹੋ ਜਿਹਾ ਜੀਵਨ ਹੈ ਉਹਨੂੰ ਬਿਲਕੁਲ ਵੈਸਾ ਹੀ ਚਿਤਰਤ ਕਰਨ ਦਾ ਯਤਨ ਨਹੀਂ ਕੀਤਾ। ਰੂਸ ਦੇ ਸਿਰਫ ਇੱਕ ਮਹਾਨ ਲੇਖਕ ਨੇ, ਜਿਹਦੀ ਆਤਮਾ ਬਹੁਤ ਸਵੱਛ ਤੇ ਕਲਾ ਮਹਾਨ ਸੀ, ਇਸ ਵਿਸ਼ੇ 'ਤੇ ਕੇਵਲ ਇੱਕ ਵਾਰ ਲਿਖਣ ਦਾ ਯਤਨ ਕੀਤਾ, ਪਰ ਉਹਦੇ ਸ਼ਾਨਦਾਰ ਚਿੱਤਰਾਂ ਵਿੱਚ ਵੀ ਇਸ ਸੰਬੰਧ ਵਿੱਚ ਉਹਦੀ ਆਤਮਾ 'ਤੇ ਪੈਣ ਵਾਲੇ ਉਹਨਾਂ ਅਕਸਾਂ ਦੀ ਹੀ ਝਲਕ ਮਿਲਦੀ ਹੈ ਜੋ ਵੇਸਵਾਗਿਰੀ ਦੀ ਦੁਨੀਆ ਨੂੰ ਬਾਹਰੋਂ ਦੇਖਣ ਵਾਲੇ ਕਲਾਕਾਰ ਦੀ ਆਤਮਾ 'ਤੇ ਪੈਂਦੇ ਹਨ। ਉਸ ਮਹਾਨ ਕਲਾਕਾਰ ਲਈ ਝੂਠ ਲਿਖਣਾ ਤੇ ਲੋਕਾਂ ਦੇ ਹਿਰਦੇ 'ਚ ਡਰ ਬਿਠਾਉਣਾ ਅਸੰਭਵ ਸੀ। ਇਸ ਲਈ ਉਹ ਚੱਕਲੇ ਦੇ ਦਰਬਾਨ ਦੇ ਕੁੱਤੇ ਜਿਹੇ ਮੋਟੇ-ਮੋਟੇ ਵਾਲ ਦੇਖ ਕੇ ਸੋਚਦਾ ਹੋਇਆ ਸਿਰਫ ਇੰਨਾ ਹੀ ਕਹਿੰਦਾ ਹੈ ਕਿ ਇਹਦੀ ਵੀ ਤਾਂ ਕੋਈ ਮਾਂ ਹੋਊਗੀ। ਉਹ ਵੇਸਵਾਵਾਂ ਦੇ ਚਿਹਰਿਆਂ ਨੂੰ ਆਪਣੀ ਤਿੱਖੀ ਨਜ਼ਰ ਨਾਲ ਘੂਰ-ਘੂਰ ਕੇ ਦੇਖਦਾ ਹੈ, ਆਪਣੇ ਮਨ 'ਚ ਉਹਨਾਂ ਦੇ ਚਿੱਤਰ ਵੀ ਬਣਾਉਂਦਾ ਹੈ, ਪਰ ਉਹਨਾਂ ਦੇ ਜੀਵਨ 'ਤੇ, ਜਿਹਨੂੰ ਉਹ ਚੰਗੀ ਤਰ੍ਹਾਂ ਸਮਝਦਾ ਨਹੀਂ ਸੀ, ਲਿਖਣ ਦੀ ਹਿੰਮਤ ਨਹੀਂ ਕਰਦਾ। ਇਸੇ ਤਰ੍ਹਾਂ ਉਹ ਮਹਾਨ ਲੇਖਕ ਜੋ ਆਪਣੀ ਪੂਰਨ ਆਤਮਾ ਤੋਂ ਸੱਚ ਦਾ ਪੁਜਾਰੀ ਸੀ, ਰੂਸੀ ਕਿਸਾਨ ਦੇ ਜੀਵਨ ਤੋਂ ਵੀ ਬਸ ਨਜ਼ਰ ਮਾਰ ਕੇ ਰਹਿ ਜਾਂਦਾ ਹੈ। ਉਹ ਜਾਣਦਾ ਸੀ ਉਹ ਰੂਸੀ ਕਿਸਾਨਾਂ ਦੀ ਭਾਸ਼ਾ 'ਤੇ ਰੁਝਾਨ ਨਹੀਂ ਸਮਝਦਾ, ਉਹਨਾਂ ਦੀ ਆਤਮਾ ਨੂੰ ਚੰਗੀ ਤਰ੍ਹਾਂ ਨਹੀਂ ਪਛਾਣਦਾ। ਇਸ ਲਈ ਉਹ ਹੈਰਾਨੀਜਨਕ ਚਤੁਰਾਈ ਨਾਲ ਰੂਸੀ ਜਨਤਾ ਦੀ ਅਸਲ ਆਤਮਾ ਦਾ ਚੱਕਰ ਲਗਾਉਂਦਾ ਨਿਕਲ ਜਾਂਦਾ ਹੈ ਅਤੇ ਆਪਣੀ ਅਨੋਖੀ ਸੂਝ ਨੂੰ ਸ਼ਹਿਰੀ ਲੋਕਾਂ ਦੇ ਜੀਵਨ ਦੇ ਚਿੱਤਰ, ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਜਾਣਦਾ ਪਛਾਣਦਾ ਸੀ, ਖਿੱਚਣ 'ਤੇ ਖਰਚ ਕਰ ਦਿੰਦਾ ਹੈ। ਮੈਂ ਇਸ ਗੱਲ ਦੀ ਚਰਚਾ ਤੁਹਾਡੇ ਨਾਲ ਜਾਣ-ਬੁੱਝ ਕੇ ਕਰ ਰਿਹਾ। ਅਸੀਂ ਹੁਣ ਤੱਕ ਜਾਸੂਸੀ, ਵਕੀਲਾਂ, ਸਰਕਾਰੀ ਨੌਕਰਾਂ, ਅਧਿਆਪਕਾਂ, ਪੁਲਿਸ ਵਾਲਿਆਂ, ਇੰਜੀਨੀਅਰਾਂ, ਜ਼ਿਮੀਂਦਾਰਾਂ, ਵਿਸ਼ਾ ਵਿਕਾਰ 'ਚ ਫਸੀਆਂ ਔਰਤਾਂ ਦੇ ਜੀਵਨ ਬਾਰੇ ਹੀ ਲਿਖਦੇ ਰਹੇ ਹਾਂ। ਇਹਨਾਂ ਲੋਕਾਂ ਦੇ ਜੀਵਨ ਦੇ ਸਾਡੇ ਸਾਹਿਤ ਵਿੱਚ ਬੜੇ ਸੱਚੇ, ਸੁੰਦਰ ਤੇ ਸ਼ਾਨਦਾਰ ਚਿੱਤਰ ਮਿਲਦੇ ਹਨ, ਪਰ ਇਹਨਾਂ ਲੋਕਾਂ ਦੇ ਜੀਵਨ ਜੋ ਕਿ ਬਨਾਵਟ ਤੇ ਸ਼ਿਸ਼ਟਾਚਾਰ ਦੇ ਅਧਰੰਗ ਨਾਲ ਭਰੇ ਹੁੰਦੇ ਹੈ, ਕਿਸਾਨਾਂ ਤੇ ਵੇਸਵਾਵਾਂ ਦੇ ਜੀਵਨ ਦੇ ਮੁਕਾਬਲੇ, ਜੋ ਕਿ ਅਤਿਅੰਤ ਪ੍ਰਾਚੀਨ ਕਾਲ ਤੋਂ ਮਨੁੱਖੀ ਜੀਵਨ ਦਾ ਅੰਗ ਰਹੇ ਹੈ, ਬਿਲਕੁਲ ਕੂੜੇ ਕਰਕਟ ਜਿਹੇ ਲੱਗਦੇ ਹੈ। ਫਿਰ ਵੀ ਕਿਸਾਨਾਂ ਤੇ ਵੇਸਵਾਵਾਂ ਦੇ ਜੀਵਨ ਦੇ ਥੋਥੇ, ਝੂਠੇ, ਚਟਪਟੇ, ਭੋਗ ਵਿਲਾਸ ਨਾਲ ਭਰੇ ਚਿੱਤਰਾਂ ਤੋਂ ਸਿਵਾਏ ਸਾਡੇ ਸਾਹਿਤ ਵਿੱਚ ਸੱਚੇ ਚਿੱਤਰ ਹਾਲੇ ਤੱਕ ਵੀ ਨਹੀਂ ਮਿਲਦੇ। ਦੋਸਤੋਵਸਕੀ ਦੇ ਕੇਵਲ ਸੋਨਿਆ ਪਰਮਾਲਾਦੋਵਾ ਦੇ ਚਿੱਤਰ ਤੋਂ ਇਲਾਵਾ ਸਾਡੇ ਰੂਸੀ ਸਾਹਿਤ ਵਿੱਚ ਵੇਸਵਾਵਾਂ ਦੇ ਜੀਵਨ ਦਾ ਹੋਰ ਕਿਹੜਾ ਚਿੱਤਰ ਮਿਲਦਾ ਹੈ? ਕਿਸਾਨ ਜੀਵਨ ਦੇ ਵੀ ਦੋਸ਼ਾਂ ਤੋਂ ਇਲਾਵਾ ਚਿੱਤਰ ਤੇ ਪੇਂਡੂ ਜੀਵਨ ਦੇ ਵਰਣਨ ਤੋਂ ਇਲਾਵਾ ਸਾਡੇ ਸਾਹਿਤ 'ਚ ਸੱਚੇ ਚਿੱਤਰ ਹੋਰ ਹੈ ਨਹੀਂ ਕਿੱਥੇ। ਹਾਂ, ਇੱਕ ਪੁਸਤਕ ਜ਼ਰੂਰ ਇਸ ਵਿਸ਼ੇ 'ਤੇ ਹੈ, ਜੋ ਕਿ ਅਸਲ 'ਚ ਆਪਣੇ ਢੰਗ ਦੀ ਇੱਕ ਹੀ ਪੁਸਤਕ ਹੈ, ਰੂਸੀ ਸਾਹਿਤ ਵਿੱਚ ਹੀ ਨਹੀਂ ਬਲਕਿ ਵਿਸ਼ਵ ਸਾਹਿਤ ਵਿੱਚ ਵੀ।
ਮੈਂ ਸਮਝਦਾ ਹਾਂ ਆਪਣੀ ਤਰ੍ਹਾਂ ਦੀ ਅਨੋਖੀ ਪੁਸਤਕ ਹੈ। ਇਸ ਵਿਸ਼ੇ 'ਤੇ ਅਜਿਹੀ ਭਿਆਨਕ ਦੁਖਾਂਤਕ ਕਿਰਤ ਜਿਹਦੀ ਸੱਚਾਈ 'ਤੇ ਸਾਡਾ ਦਿਲ ਬੈਠਣ ਲੱਗਦਾ ਹੈ। ਰੌਂਗਟੇ ਖੜੇ ਹੋ ਜਾਂਦੇ ਆ। ਮੇਰੇ ਵਿਚਾਰ ਅਨੁਸਾਰ ਦੁਨੀਆ 'ਚ ਹੋਰ ਨਹੀਂ ਹੈ। ਮੈਂ ਸਮਝਦਾ ਤੁਸੀਂ ਸਮਝ ਗਏ ਹੋਵੋਗੇ ਕਿ ਮੈਂ ਕਿਹੜੀ ਪੁਸਤਕ ਵੱਲ ਇਸ਼ਾਰਾ ਕਰ ਰਿਹਾ ਹਾਂ। ਤਾਲਿਸਤਾਈ ਦੀ। ਲਿਖੋਨਿਨ ਨੇ ਹੌਲੀ ਦੇਣੀ ਕਿਹਾ। ਹਾਂ ਪਲੈਤੋਨੋਵ ਨੇ ਕਿਹਾ। ਉਸ ਸਨੇਹ ਨਾਲ ਲਿਖੋਨਿਨ ਵੱਲ ਦੇਖਣ ਲੱਗ ਪਿਆ। ਪਰ ਦੋਸਤੋਵਸਕੀ ਦੀ ਸੋਨਿਆ ਵੀ ਵੇਸਵਾ ਦਾ ਕੇਵਲ ਇੱਕ ਕਲਪਿਤ ਚਿੱਤਰ ਹੀ ਹੈ। ਇੱਕ ਤਰ੍ਹਾਂ ਨਾਲ ਵੇਸਵਾ ਦੀ ਮਨੋਵਿਰਤੀ ਦਾ ਅਧਿਐਨ ਹੀ ਹੈ। ਯਾਰਚੈਂਕੋ ਨੇ ਕਿਹਾ ਕਿ ਇਹ ਸੁਣ ਕੇ ਪਲੈਤੋਨੋਵ, ਜੋ ਹਾਲੇ ਤੱਕ ਬੇਧਿਆਨੀ 'ਚ ਹੀ ਬੋਲ ਰਿਹਾ ਸੀ, ਇੱਕਦਮ ਜੋਸ਼ ਨਾਲ ਬੋਲਿਆ, ਮੈਂ ਇਹ ਰਾਏ ਸੈਂਕੜੇ ਵਾਰ ਸੁਣ ਚੁੱਕਿਆ, ਪਰ ਇਹ ਗੱਲ ਬਿਲਕੁਲ ਗਲਤ ਹੈ। ਵੇਸਵਾਗਿਰੀ ਦੇ ਬੇਹੂਦਾ ਤੇ ਅਸ਼ਲੀਲ ਪੇਸ਼ੇ ਹੇਠਾਂ, ਮਾਂ ਭੈਣ ਦੀਆਂ ਗੰਦੀਆਂ ਗਾਲਾਂ ਹੇਠ, ਸ਼ਰਾਬਖੋਰੀ ਦੀ ਭਿਅੰਕਰਤਾ ਹੇਠ ਦੋਸਤੋਵਸਕੀ ਦੀ ਸੋਨਿਆ ਅੱਜ ਵੀ ਸਾਡੇ ਜੀਵਨ 'ਚ ਮੌਜੂਦ ਹੈ। ਰੂਸੀ ਵੇਸਵਾ ਦੀ ਕਿਸਮਤ ਕਿੰਨੀ ਭਿਆਨਕ, ਕਿੰਨੀ ਤਰਸਯੋਗ, ਕਿੰਨੀ ਖੂਨ ਨਾਲ ਲਿਬੜੀ ਹੋਈ, ਕਿੰਨੀ ਮੂਰਖਤਾਪੂਰਨ ਤੇ ਕਿੰਨੀ ਹਾਸੋਹੀਣੀ ਹੈ। ਰੂਸੀ ਵੇਸਵਾ ਦੇ ਜੀਵਨ 'ਚ ਸਾਨੂੰ ਰੂਸੀ ਭਗਵਾਨ, ਰੂਸੀ ਲੋਕਾਂ ਦੀ ਦਾਰਸ਼ਨਿਕ ਲਾਪਰਵਾਹੀ, ਜੀਵਨ 'ਚੋਂ ਡਿੱਗੇ ਹੋਏ ਰੂਸੀਆਂ ਦੀ ਨਿਰਾਸ਼ਤਾ, ਰੂਸੀ ਅਸ਼ਿਸ਼ਟਤਾ, ਰੂਸੀ ਸਬਰ, ਰੂਸੀ ਨਿਰਲੱਜਤਾ ਸਭ ਇੱਕੋ ਵੇਲੇ ਵੇਖਣ ਨੂੰ ਮਿਲਦੇ ਆ। ਉਹਨਾਂ ਸਾਰੀਆਂ ਬਾਜ਼ਾਰੂ ਇਸਤਰੀਆਂ ਨੂੰ ਜਿਨ੍ਹਾਂ ਨੂੰ ਲੈ ਕੇ ਅਸੀਂ ਉਹਨਾਂ ਨਾਲ ਕਮਰੇ 'ਚ ਲੇਟਣ ਚਲੇ ਜਾਂਦੇ ਹਾਂ, ਧਿਆਨ ਨਾਲ ਦੇਖਿਆ, ਚੰਗੀ ਤਰ੍ਹਾਂ ਵੇਖਿਆ, ਸਾਨੂੰ ਪਤਾ ਚੱਲੇਗਾ ਉਹ ਸਭ ਬੁੱਧੀ ਵੱਲੋਂ ਕੇਵਲ ਬੱਚੀਆਂ ਵਾਂਗ ਹਨ। 11 ਸਾਲ ਦੀ ਬਾਲਿਕਾ ਤੋਂ ਵੱਧ ਬੁੱਧੀ ਵਾਲੀ ਸ਼ਾਇਦ ਹੀ ਉਹਨਾਂ 'ਚ ਕੋਈ ਹੋਵੇ। ਕਿਸਮਤ ਨੇ ਘੱਟ ਉਮਰ 'ਚ ਹੀ ਉਹਨਾਂ ਨੂੰ ਵੇਸਵਾ ਬਣਾ ਦਿੱਤਾ। ਉਦੋਂ ਤੋਂ ਇੱਕ ਵਿਚਿੱਤਰ ਇੰਦਰ ਸਭਾ ਦੀ ਗੁੱਡੀਆਂ ਜੀ ਦੁਨੀਆ 'ਚ ਰਹਿੰਦੀਆਂ, ਜਿੱਥੇ ਉਹਨਾਂ ਨੂੰ ਕਿਸੇ ਤਰ੍ਹਾਂ ਦੇ ਵਿਕਾਸ ਦੇ ਅਨੁਭਵ ਦਾ ਮੌਕਾ ਨਹੀਂ ਮਿਲਦਾ। ਉਹ ਭੋਲੀਆਂ, ਸਰਲ, ਵਿਸ਼ਵਾਸੀ ਤੇ ਲੋਭੀ ਬਣੀਆਂ ਰਹਿੰਦੀਆਂ। ਉਹਨਾਂ ਨੂੰ ਆਪਣੇ ਬਾਰੇ ਵੀ ਨਹੀਂ ਪਤਾ ਰਹਿੰਦਾ ਕਿ ਅੱਧੇ ਘੰਟੇ ਬਾਅਦ ਉਹ ਕੀ ਕਹਿਣਗੀਆਂ ਜਾਂ ਕਰਨਗੀਆਂ। ਬਿਲਕੁਲ ਬਾਲਕਾਂ ਜੀ ਉਹਨਾਂ ਦੀ ਜ਼ਿੰਦਗੀ ਹੈ। ਮੈਂ ਇਹ ਬਾਲਕਾਂ ਵਾਲੀ ਹਾਸੋਹੀਣੀ ਮਨੋਬਿਰਤੀ ਬੁੱਢੀ ਤੋਂ ਬੁੱਢੀ, ਨੀਚ ਤੋਂ ਨੀਚ, ਟੁੱਟੀ ਤੋਂ ਟੁੱਟੀ ਤੇ ਕੰਗਾਲ ਤੋਂ ਕੰਗਾਲ ਵੇਸਵਾ 'ਚ ਦੇਖੀ ਹੈ। ਵੇਸਵਾਵਾਂ ਦੇ ਮਨ 'ਚ ਮਨੁੱਖੀ ਜੀਵਨ ਦੇ ਦੁੱਖਾਂ ਲਈ ਸਦਾ ਇੱਕ ਦਇਆ ਰਹਿੰਦੀ ਹੈ। ਮਿਸਾਲ ਵਜੋਂ ਇਹਨਾਂ ਆਖਦੇ ਪਲੈਤੋਨੋਵ ਨੇ ਨੀਵੀਂ ਨਜ਼ਰ ਨਾਲ ਕਮਰੇ 'ਚ ਬੈਠੇ ਸਾਰੇ ਲੋਕਾਂ 'ਤੇ ਚੁੱਪਚਾਪ ਨਜ਼ਰ ਮਾਰੀ, ਫਿਰ ਬੇਸਬਰੀ ਨਾਲ ਹੱਥ ਮਲਦਿਆਂ ਕਹਿਣ ਲੱਗਾ, ਖੈਰ ਛੱਡੋ ਇਹਨਾਂ ਗੱਲਾਂ ਨੂੰ। ਅੱਜ ਤਾਂ ਮੈਂ 10 ਵਰ੍ਹਿਆਂ ਜਿੰਨੀ ਬਕਵਾਸ ਕਰ ਗਿਆ, ਫਜ਼ੂਲ 'ਚ। ਪਰ ਸੇਰਗਈ, ਤੂੰ ਖੁਦ ਇਸ ਵਿਸ਼ੇ 'ਤੇ ਕਿਉਂ ਨਹੀਂ ਲਿਖਦਾ ਭਲਾ? ਯਾਰਚੈਂਕੋ ਨੇ ਪੁੱਛਿਆ। ਤੇਰਾ ਧਿਆਨ ਤਾਂ ਇਸ ਸਮੱਸਿਆ 'ਤੇ ਇੰਨਾ ਲੱਗਿਆ ਹੋਇਆ ਹੈ। ਮੈਂ ਲਿਖਣ ਦਾ ਯਤਨ ਕੀਤਾ ਹੈ, ਪਲੈਤੋਨੋਵ ਨੇ ਰੁੱਖਾ ਹਾਸਾ ਹੱਸਦੇ ਹੋਏ ਕਿਹਾ, ਪਰ ਮੈਂ ਲਿਖ ਨਹੀਂ ਸਕਦਾ। ਮੈਂ ਜਦ ਲਿਖਣ ਬੈਠਦਾ, ਲਿਖਦੇ ਲਿਖਦੇ ਆਪਣੇ ਹੀ ਸ਼ਬਦ ਜਾਲ 'ਚ ਅਜਿਹਾ ਫਸਣ ਲੱਗਦਾ, ਉੱਥੋਂ ਮੇਰੇ ਲਈ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਮੈਨੂੰ ਆਪਣਾ ਲਿਖਿਆ ਹੋਇਆ ਹੀ ਫਿੱਕਾ ਲੱਗਣ ਲੱਗਦਾ ਹੈ। ਇੱਕ ਵਾਰ ਆਪਣੇ ਦੇਸ਼ ਦਾ ਪ੍ਰਸਿੱਧ ਕਹਾਣੀਕਾਰ ਇੱਥੇ ਆਇਆ ਸੀ। ਮੈਂ ਉਹਨੂੰ ਮਿਲਿਆ ਅਤੇ ਮੈਂ ਉਹਨੂੰ ਵੀ ਇੱਥੋਂ ਦੇ ਜੀਵਨ ਦੀਆਂ ਬਹੁਤ ਬੀਤੀਆਂ ਗੱਲਾਂ ਦੱਸੀਆਂ। ਉਸ ਮਹਾਨ ਲੇਖਕ ਨੂੰ ਬੇਨਤੀ ਕੀਤੀ ਉਹ ਮੇਰੇ ਦਿੱਤੇ ਮਸਾਲੇ ਨੂੰ ਆਪਣੀਆਂ ਕਹਾਣੀਆਂ 'ਚ ਇਸਤੇਮਾਲ ਕਰੇ। ਉਹਨੇ ਮੇਰੀਆਂ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣੀਆਂ, ਪਰ ਆਖਰ 'ਚ ਬੋਲਿਆ, ਬੁਰਾ ਨਾ ਮੰਨਣਾ ਪਲੈਤੋਨੋਵ, ਜੇ ਕੋਈ ਵੀ ਮੈਨੂੰ ਮਿਲਦਾ ਉਹ ਮੈਨੂੰ ਮੇਰੇ ਨਾਵਲਾਂ ਅਤੇ ਕਹਾਣੀਆਂ ਲਈ ਮਸਾਲਾ ਦੇਣ ਲੱਗਦਾ ਹੈ। ਮੈਨੂੰ ਇਹ ਦੱਸਣ ਦਾ ਯਤਨ ਕਰਦਾ ਹੈ ਕਿ ਮੈਨੂੰ ਇਸ ਵਿਸ਼ੇ 'ਤੇ ਲਿਖਣਾ ਚਾਹੀਦਾ ਹੈ। ਤੂੰ ਜੋ ਵੀ ਮਸਾਲਾ ਅੱਜ ਮੇਰੇ ਸਾਹਮਣੇ ਰੱਖਿਆ ਬਹੁਤ ਮਹੱਤਵਪੂਰਨ ਹੈ, ਪਰ ਮੈਂ ਇਹਦੀ ਵਰਤੋਂ ਨਹੀਂ ਕਰ ਸਕਾਂਗਾ, ਕਿਉਂਕਿ ਅਜਿਹਾ ਮਹਾਨ ਗ੍ਰੰਥ ਲਿਖਣ ਲਈ, ਜਿਵੇਂ ਕਿ ਤੁਸੀਂ ਸੋਚਦੇ ਹੋ, ਕਿਸੇ ਦੂਜੇ ਦੇ ਸ਼ਬਦ, ਉਹ ਚਾਹੇ ਕਿੰਨੇ ਹੀ ਸੱਚੇ ਕਿਉਂ ਨਾ ਹੋਣ, ਕਾਫੀ ਨਹੀਂ ਹੁੰਦੇ। ਇੱਧਰੋਂ ਉੱਧਰੋਂ ਹੁਣ ਦੇਖ ਸੁਣ ਕੇ ਅਤੇ ਆਪਣੀ ਨੋਟਬੁੱਕ 'ਚ ਪੈਨਸਿਲ ਨਾਲ ਦੂਜਿਆਂ ਦੇ ਅਨੁਭਵ ਲਿਖ ਲੈਣ ਨਾਲ ਕੋਈ ਮਹਾਨ ਗ੍ਰੰਥ ਨਹੀਂ ਰਚ ਸਕਦਾ ਅਤੇ ਨਾ ਹੀ ਲਿਖਣ ਯੋਗ ਹੋ ਸਕਦਾ ਹੈ। ਵੇਸਵਾਗਿਰੀ ਤੋਂ ਸੱਚੀ ਪੁਸਤਕ ਲਿਖਣ ਲਈ ਵੇਸਵਾਵਾਂ ਦੀ ਜ਼ਿੰਦਗੀ 'ਚ ਉਤਰਨ ਦੀ ਜ਼ਰੂਰਤ ਹੈ। ਚਤਰਾਈ ਨਾਲ ਉਹਨਾਂ ਦੇ ਜੀਵਨ ਨੂੰ ਦੇਖਣ ਜਾਂ ਉਹਨਾਂ ਬਾਰੇ ਲਿਖਣ ਦੇ ਵਿਚਾਰ ਨਾਲ ਉਹਨਾਂ ਦੇ ਜੀਵਨ 'ਚ ਉਤਰਿਆ ਨਹੀਂ ਜਾ ਸਕਦਾ। ਸੁਭਾਵਕ ਅਤੇ ਸਹਿਜ ਰੂਪ 'ਚ ਇਹ ਕੰਮ ਹੋ ਸਕਦਾ ਹੈ। ਕੋਈ ਚੰਗਾ ਲੇਖਕ ਅਜਿਹਾ ਕਰ ਸਕੇ ਤਦ ਹੀ ਇਸ ਵਿਸ਼ੇ 'ਤੇ ਇੱਕ ਮਹਾਨ ਪੁਸਤਕ ਲਿਖੀ ਜਾ ਸਕਦੀ ਹੈ, ਨਹੀਂ ਤਾਂ ਬਿਲਕੁਲ ਨਹੀਂ। ਉਸ ਲੇਖਕ ਦੇ ਇਹਨਾਂ ਸ਼ਬਦਾਂ ਨੂੰ ਸੁਣ ਕੇ ਮੈਨੂੰ ਨਿਰਾਸ਼ਾ ਹੋਈ, ਪਰ ਨਾਲ ਹੀ ਉਹਦੇ ਇਹਨਾਂ ਸ਼ਬਦਾਂ ਨੇ ਮੈਨੂੰ ਇਸ ਕੰਮ 'ਚ ਲੱਗਣ ਲਈ ਉਤਸ਼ਾਹਿਤ ਵੀ ਕੀਤਾ। ਮੇਰੇ ਮਨ 'ਚ ਅਜਿਹਾ ਵਿਸ਼ਵਾਸ ਪੈਦਾ ਹੋ ਗਿਆ ਕਿ ਇੱਕ ਨਾ ਇੱਕ ਦਿਨ, ਸ਼ਾਇਦ 50 ਵਰ੍ਹੇ ਬਾਅਦ, ਅਵੱਸ਼ ਹੀ ਕੋਈ ਵੱਡਾ ਕਲਾਕਾਰ ਜਿਹਨੇ ਵੇਸਵਾ ਜੀਵਨ ਦੇ ਸਾਰੇ ਪਹਿਲੂਆਂ ਨੂੰ ਖੁਦ ਵੇਖਿਆ ਅਤੇ ਅਨੁਭਵ ਕੀਤਾ ਹੋਵੇਗਾ, ਸ਼ਾਇਦ ਉਹ ਕਲਾਕਾਰ ਕੋਈ ਰੂਸੀ ਹੋਏਗਾ, ਇਸ ਨੀਚ ਜੀਵਨ ਦੇ ਦਿਲ ਚੀਰ ਦੇਣ ਵਾਲੇ ਸੱਚੇ ਚਿੱਤਰਾਂ ਨੂੰ ਇਕੱਠਾ ਕਰਕੇ ਇੱਕ ਅਜਿਹੇ ਮਹਾਨ ਗ੍ਰੰਥ ਨੂੰ ਦੁਨੀਆ ਸਾਹਮਣੇ ਰੱਖੇਗਾ, ਜਿਹਨੂੰ ਪੜ੍ਹ ਕੇ ਲੋਕ ਕਹਿ ਉੱਠਣਗੇ, ਓਏ ਇਹ ਸਭ ਤਾਂ ਅਸੀਂ ਵੀ ਰੋਜ਼ ਵੇਖਦੇ ਹਾਂ, ਫਿਰ ਵੀ ਸਾਨੂੰ ਕਦੇ ਨਹੀਂ ਲੱਗਿਆ ਕਿ ਇਹ ਜੀਵਨ ਇੰਨਾ ਭਿਆਨਕ ਹੈ। ਮੇਰਾ ਮਨ ਬਾਰ-ਬਾਰ ਕਹਿੰਦਾ ਹੈ
ਇੱਕ ਦਿਨ ਅਜਿਹਾ ਕਲਾਕਾਰ ਰੂਸ 'ਚ ਅਵੱਸ਼ ਪੈਦਾ ਹੋਏਗਾ। ਆਮੀਨ, ਲਿਖੋਨੇਨ ਨੇ ਗੰਭੀਰਤਾ ਨਾਲ ਕਿਹਾ। ਆਓ ਉਹਦੇ ਨਾਂ 'ਤੇ ਆਪਾਂ ਅੱਜ ਸ਼ਰਾਬ ਪੀਏ। ਖੁਦਾ ਦੀ ਕਸਮ, ਅਚਾਨਕ ਨੰਨੀ ਮਾਨਕਾ ਨੇ ਕਿਹਾ, ਜੇ ਕੋਈ ਸਾਡੀ ਜ਼ਿੰਦਗੀ ਦੀ ਹਕੀਕਤ ਲਿਖੇ, ਸਾਡੀ ਬਦਕਿਸਮਤ ਛਨਾਲਾਂ ਦੀ ਜ਼ਿੰਦਗੀ ਦੀ ਹਕੀਕਤ। ਇੰਨੇ 'ਚ ਕਮਰੇ ਦਾ ਬੂਹਾ ਖੜਕਿਆ। ਜ਼ੇਨਿਆ ਆਪਣੀ ਨਾਰੰਗੀ ਰੰਗ ਦੀ ਚਮਕਦਾਰ ਪੁਸ਼ਾਕ ਪਹਿਨੀ ਕਮਰੇ 'ਚ ਦਾਖਲ ਹੋਈ। ਅੰਗ 11ਵਾਂ। ਜ਼ੇਨਿਆ ਨੇ ਕਮਰੇ 'ਚ ਵੜ ਕੇ ਸਾਰਿਆਂ ਨੂੰ ਅਜਿਹੀ ਆਜ਼ਾਦੀ ਨਾਲ ਸਲਾਮ ਕੀਤਾ ਜਿਵੇਂ ਕਿ ਉਹ ਘਰ ਦੀ ਮਾਲਕਣ ਹੀ ਹੋਵੇ। ਫਿਰ ਸਿਰ ਗਈ ਪਿੱਛੇ ਇੱਕ ਕੁਰਸੀ 'ਤੇ ਬਹਿ ਗਈ। ਉਹ ਹੁਣ ਉਸ ਜਰਮਨ ਤੋਂ ਆਪਣਾ ਪਿੰਡਾ ਛੁਡਾ ਕੇ ਆ ਰਹੀ ਸੀ, ਜਿਹਨੇ ਅੱਜ ਹੀ ਸ਼ਾਮ ਨੂੰ ਨੰਨੀ ਮਾਨਕਾ ਤੋਂ ਸੰਤੁਸ਼ਟ ਨਾ ਹੋਣ 'ਤੇ ਖਾਲਾ ਦੀ ਸਿਫਾਰਿਸ਼ 'ਤੇ ਪਾਸ਼ਾ ਨੂੰ ਆਪਣੇ ਕਮਰੇ 'ਚ ਬੁਲਾਇਆ ਸੀ। ਪਰ ਇਉਂ ਮਾਲੂਮ ਹੁੰਦਾ ਹੈ ਕਿ ਉਹ ਜ਼ੇਨਿਆ ਦੀ ਸੁੰਦਰਤਾ ਵੀ ਲੱਟੂ ਹੋ ਗਿਆ ਸੀ, ਕਿਉਂਕਿ 3 ਘੰਟੇ ਸ਼ਰਾਬ ਦੀਆਂ ਭੱਠੀਆਂ ਦਾ ਚੱਕਰ ਲਗਾਉਣ ਬਾਅਦ ਫਿਰ ਹਿੰਮਤ ਕਰਕੇ ਇਸੇ ਘਰ ਪਰਤ ਆਇਆ ਸੀ ਅਤੇ ਬੈਠਕ 'ਚ ਬੈਠਾ ਉਦੋਂ ਤੱਕ ਚੁੱਪਚਾਪ ਇੰਤਜ਼ਾਰ ਕਰਦਾ ਰਿਹਾ ਜਦੋਂ ਤੱਕ ਜ਼ੇਨਿਆ ਦਾ ਰੋਜ਼ਾਨਾ ਦਾ ਪ੍ਰੇਮੀ ਉਹਦੇ ਕਮਰੇ 'ਚੋਂ ਨਿਕਲ ਕੇ ਚਲਾ ਨਹੀਂ ਗਿਆ। ਉਹਦੇ ਜਾਣ ਬਾਅਦ ਹੀ ਉਹ ਜ਼ੇਨਿਆ ਨੂੰ ਆਪਣੇ ਨਾਲ ਕਮਰੇ 'ਚ ਲੈ ਗਿਆ। ਤਮਾਰਾ ਨੇ ਜ਼ੇਨਿਆ ਤੋਂ ਅੱਖਾਂ ਰਾਹੀਂ ਕੁਝ ਪੁੱਛਿਆ। ਜਵਾਬ 'ਚ ਜ਼ੇਨਿਆ ਨੇ ਘਿਰਣਾ ਨਾਲ ਮੂੰਹ ਮਰੋੜ ਕੇ ਸਿਰ ਹਿਲਾਇਆ ਅਤੇ ਉਹਦੀ ਪਿੱਠ ਕੰਬ ਉੱਠੀ। ਹੌਲੀ ਦੇਣੇ ਉਹਨੇ ਕਿਹਾ, ਹਾਂ, ਚਲਾ ਗਿਆ। ਛੀ। ਪਲੇਤੋਨੋਵ ਜ਼ੇਨਿਆ ਨੂੰ ਬਹੁਤ ਧਿਆਨ ਨਾਲ ਵੇਖ ਰਿਹਾ ਸੀ। ਉਹ ਜ਼ੇਨਿਆ ਨਾਲ ਦੂਜੀਆਂ ਛੋਕਰੀਆਂ ਨਾਲੋਂ ਬਿਲਕੁਲ ਵੱਖਰਾ ਵਰਤਾਓ ਕਰਦਾ ਸੀ, ਕਿਉਂਕਿ ਉਹਦੇ ਲਾਪਰਵਾਹ, ਘਮੰਡੀ ਅਤੇ ਵਿਦਰੋਹੀ ਸੁਭਾਅ ਕਾਰਨ ਉਹਦੇ ਮਨ 'ਚ ਉਸ ਲਈ ਇੱਕ ਖਾਸ ਇੱਜ਼ਤ ਸੀ। ਇਸ ਵੇਲੇ ਬਾਰ-ਬਾਰ ਜ਼ੇਨਿਆ ਵੱਲ ਘੁਮਾ ਕੇ ਦੇਖਣ 'ਤੇ ਪਲੇਤੋਨੋਵ ਨੂੰ ਲੱਗਿਆ ਜਿਵੇਂ ਉਹਦੀਆਂ ਵੱਡੀਆਂ-ਵੱਡੀਆਂ ਸੁੰਦਰ ਅੱਖਾਂ ਮੱਚ ਰਹੀਆਂ ਹੋਣ। ਚਿਹਰਾ ਸੁੰਗੜ ਕੇ ਲਾਲ ਹੋ ਰਿਹਾ ਅਤੇ ਉਸਦੇ ਬੁੱਲ੍ਹ ਸੁੱਕਦੇ ਜਾ ਰਹੇ। ਪਲੇਤੋਨੋਵ ਨੇ ਸਮਝ ਲਿਆ ਕਿ ਜ਼ੇਨਿਆ ਦੇ ਦਿਲ 'ਚ ਜੋ ਅੱਗ ਕਈ ਦਿਨਾਂ ਤੋਂ ਮੱਚ ਰਹੀ ਹੈ, ਉਹ ਇਸ ਵੇਲੇ ਇੰਨੀ ਭੜਕ ਉੱਠੀ ਹੈ ਕਿ ਉਹਦੇ ਧੂੰਏਂ ਅਤੇ ਲਾਟਾਂ ਨਾਲ ਉਹਦਾ ਗਲਾ ਬੰਦ ਹੋ ਰਿਹਾ ਹੈ। ਇਸ ਹਾਲਤ 'ਚ ਜ਼ੇਨਿਆ ਜਿੰਨੀ ਸੋਹਣੀ ਉਹਨੂੰ ਲੱਗੀ, ਉਹੋ ਜਿਹੀ ਉਹ ਅੱਜ ਤੱਕ ਕਦੇ ਨਹੀਂ ਲੱਗੀ ਸੀ। ਬਾਅਦ ਵਿੱਚ ਵੀ ਜਦ ਪਲੇਤੋਨੋਵ ਨੇ ਇਸ ਘਟਨਾ ਨੂੰ ਯਾਦ ਕੀਤਾ ਤਦ ਉਹ ਇਸ ਨਤੀਜੇ 'ਤੇ ਪਹੁੰਚਿਆ। ਪਲੇਤੋਨੋਵ ਨੇ ਇਹ ਵੀ ਦੇਖਿਆ ਕਿ ਇਸ ਵੇਲੇ ਜਿੰਨੇ ਵੀ ਆਦਮੀ ਕਮਰੇ 'ਚ ਬੈਠੇ ਹੋਏ ਸਨ, ਉਹ ਸਾਰੇ ਕੇਵਲ ਇੱਕ ਲਿਖੋਨੇਨ ਨੂੰ ਛੱਡ ਕੇ ਜ਼ੇਨਿਆ ਵੱਲ ਬੜੇ ਧਿਆਨ ਨਾਲ ਦੇਖ ਰਹੇ ਸਨ। ਕੋਈ ਸਿੱਧਾ ਹੀ ਅਤੇ ਕੋਈ ਅੱਖ ਬਚਾ ਕੇ, ਪਰ ਦਿਲ ਉਹ ਸਭ ਦਾ ਇੱਕੋ ਜਿਹਾ ਵਿੰਨ ਰਹੀ ਸੀ। ਇਉਂ ਲੱਗਦਾ ਸੀ ਇਸ ਔਰਤ ਦੀ ਸੁੰਦਰਤਾ ਨੂੰ ਦੇਖ ਕੇ ਅਤੇ ਇਹ ਜਾਣ ਕੇ ਕਿ ਉਹ ਜਿਸ ਪਲ ਚਾਹੇ ਉਹਨੂੰ ਤੁਰੰਤ ਪਾ ਸਕਦੇ ਨੇ, ਸਾਰਿਆਂ ਦੇ ਮਨ ਮੈਲੇ ਹੋ ਰਹੇ ਸੀ। ਕਿਹੜੀ ਗੱਲੋਂ ਇੰਨੀ ਉਤੇਜਿਤ ਲੱਗਦੀ ਹੈ ਜ਼ੇਨਿਆ? ਪਲੇਤੋਨੋਵ ਨੇ ਹੌਲੀ ਜਿਹੇ ਨੇ ਪੁੱਛਿਆ। ਜ਼ੇਨਿਆ ਨੇ ਸਨੇਹ ਨਾਲ ਆਪਣੀਆਂ ਉਂਗਲਾਂ ਨਾਲ ਪਲੇਤੋਨੋਵ ਦੀ ਬਾਂਹ ਛੂਹ ਕੇ ਕਿਹਾ, ਮੇਰੀ ਚਿੰਤਾ ਨਾ ਕਰੋ, ਕੁਛ ਨਹੀਂ ਹੋਇਆ। ਔਰਤਾਂ ਦੀਆਂ ਗੱਲਾਂ ਤੁਹਾਡੀ ਸਮਝ 'ਚ ਨਹੀਂ ਆਉਣਗੀਆਂ। ਪਰ ਇੰਨਾ ਕਹਿ ਕੇ ਉਹ ਫੌਰਨ ਹੀ ਤਮਾਰਾ ਵੱਲ ਘੁੰਮੀ ਅਤੇ ਉਸ ਨਾਲ ਠੱਗਾਂ, ਝਪਟ ਮਾਰਾਂ ਜੀ ਸੰਕੇਤਕ ਭਾਸ਼ਾ 'ਚ ਆਵੇਸ਼ 'ਚ ਆ ਕੇ ਗੱਲਾਂ ਕਰਨ ਲੱਗੇ, ਜੋ ਉੱਥੇ ਬੈਠੇ ਲੋਕਾਂ ਦੀ ਸਮਝ 'ਚ ਨਹੀਂ ਆਈਆਂ। ਇਸ ਬੁੱਧੀਮਾਨ ਆਦਮੀ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਾ ਕਰੋ, ਇਹ ਬਹੁਤ ਚਲਾਕ ਹੈ। ਤਮਾਰਾ ਨੇ ਮੁਸਕਰਾਉਂਦਿਆਂ ਜ਼ੇਨਿਆ ਦੀ ਗੱਲ ਕੱਟ ਕੇ ਪਲੇਤੋਨੋਵ ਵੱਲ ਅੱਖਾਂ ਨਾਲ ਇਸ਼ਾਰਾ ਕਰਦਿਆਂ ਆਖਿਆ। ਸੱਚ ਤਾਂ ਇਹ ਹੈ, ਪਲੇਤੋਨੋਵ ਸਾਰਾ ਮਾਮਲਾ ਸਮਝ ਹੀ ਚੁੱਕਿਆ ਸੀ। ਜ਼ੇਨਿਆ ਤਮਾਰਾ ਨੂੰ ਘਿਰਨਾਪੂਰਵਕ ਦੱਸ ਰਹੀ ਸੀ ਕਿ ਅੱਜ ਪਾਸ਼ਾ ਕੋਲ ਇੰਨੇ ਆਦਮੀ ਆਏ ਸੀ ਕਿ ਦਿਨ ਰਾਤ 'ਚ ਕੁੱਲ ਮਿਲਾ ਕੇ ਉਸ ਬਦਕਿਸਮਤ ਨੂੰ 10 ਵਾਰ ਤੋਂ ਵੀ ਜ਼ਿਆਦਾ ਵਾਰ ਆਪਣੇ ਕਮਰੇ 'ਚ ਜਾਣਾ ਪਿਆ ਸੀ। ਹਰ ਵਾਰ ਉਹਨੂੰ ਇੱਕ ਨਵੇਂ ਆਦਮੀ ਨਾਲ ਜਾਣਾ ਪੈਂਦਾ ਸੀ, ਜਿਹਦਾ ਨਤੀਜਾ ਇਹ ਹੋਇਆ ਕਿ ਉਹ ਵਿਚਾਰੀ ਕੁਝ ਦੇਰ ਪਹਿਲਾਂ ਹੀ ਬੇਹੋਸ਼ ਹੋ ਕੇ ਡਿੱਗ ਪਈ ਸੀ। ਪਰ ਖਾਲਾ ਜਾਨ ਨੇ ਦਵਾਈ ਪਿਆ ਕੇ ਉਹਨੂੰ ਹੋਸ਼ 'ਚ ਲੈ ਆਂਦਾ, ਫਿਰ ਬੈਠਕ 'ਚ ਭੇਜ ਦਿੱਤਾ। ਜ਼ੇਨਿਆ ਨੇ ਖਾਲਾ ਜਾਨ ਨੂੰ ਪਾਸ਼ਾ ਦਾ ਪੱਖ ਲੈਂਦਿਆਂ ਕੁਝ ਕਿਹਾ ਸੀ, ਜਿਸ 'ਤੇ ਖਾਲਾ ਜਾਨ ਉਸ ਨਾਲ ਨਾਰਾਜ਼ ਹੋ ਗਈ ਸੀ ਅਤੇ ਸਜ਼ਾ ਦੇਣ ਦੀਆਂ ਧਮਕੀਆਂ ਦੇਣ ਲੱਗ ਪਈ ਸੀ। ਇਹ ਸਭ ਕੀ ਝਗੜਾ ਹੈ? ਯਾਰਚੇਂਕੋ ਨੇ ਪਰੇਸ਼ਾਨੀ ਨਾਲ ਪੁੱਛਿਆ। ਧੰਨਵਾਦ। ਚੱਲਦਾ।